परम सन्मानयोग गुरु रूप गुरु खालसा साध संगत जी। वाहिगुरु जी का खालसा वाहिगुरु जी की फतेह। प्यारी साध संगत जी, ਅੱਜ ਦਾਸ ਆਪ ਜੀ ਨੂੰ ਗੁਰਦੁਆਰਾ ਸ਼ਹੀਦੀ ਬਾਗ ਦੇ ਦਰਸ਼ਨ ਕਰਵਾਉਣ ਜਾ ਰਿਹਾ ਹੈ, ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸੁਸ਼ੋਭਿਤ ਹੈ। ਇਸ ਪਾਵਨ ਸਥਾਨ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਜਿਸ ਵੇਲੇ ਭੰਗਾਣੀ ਦਾ ਯੁੱਧ ਜਿੱਤ ਕੇ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਾਪਸ ਆਪਣੇ ਪਿਤਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਵਸਾਈ ਹੋਈ ਨਗਰੀ ਚੱਕ ਮਾਤਾ ਨਾਨਕੀ ਵਿੱਚ ਪੁੱਜੇ ਤਾਂ ਨਗਰੀ ਦੀ ਹਾਲਤ ਨੂੰ ਖਸਤਾ ਦੇਖ ਕੇ ਇਸ ਨਗਰੀ ਦੀ ਨਵੇਂ ਸਿਰਿਓਂ ਉਸਾਰੀ ਸ਼ੁਰੂ ਕਰਵਾਈ ਤੇ ਇਸ ਨਗਰੀ ਦਾ ਨਵਾਂ ਨਾਮ ਸ਼੍ਰੀ ਅਨੰਦਪੁਰ ਸਾਹਿਬ ਰੱਖਿਆ। ਜਿਸ ਅਨੰਦਪੁਰ ਸਾਹਿਬ ਵਿੱਚ ਸ਼ਤਰੂਆਂ ਵੱਲੋਂ ਸੁਰੱਖਿਆ ਵਾਸਤੇ 5 ਕਿਲ੍ਹਿਆਂ ਦੀ ਉਸਾਰੀ ਗੁਰੂ ਜੀ ਨੇ ਕਰਵਾਈ। ਉਹਨਾਂ 5 ਕਿਲ੍ਹਿਆਂ ਦੇ ਨਾਮ ਹਨ ਕਿਲ੍ਹਾ ਆਨੰਦਗੜ੍ਹ ਸਾਹਿਬ, ਕਿਲ੍ਹਾ ਲੋਹਗੜ੍ਹ ਸਾਹਿਬ, ਕਿਲ੍ਹਾ ਹੋਲਗੜ੍ਹ ਸਾਹਿਬ, ਕਿਲ੍ਹਾ ਫਤਿਹਗੜ੍ਹ ਸਾਹਿਬ ਤੇ ਕਿਲ੍ਹਾ ਤਾਰਾਗੜ੍ਹ ਸਾਹਿਬ। ਜਿੱਥੇ 4 ਕਿਲ੍ਹਿਆਂ ਵਿੱਚ ਸਤਿਗੁਰਾਂ ਦੀ ਫੌਜ ਦੇ ਪਹਿਰੇ ਲੱਗਦੇ ਸਨ, ਉੱਥੇ ਕਿਲ੍ਹਾ ਆਨੰਦਗੜ੍ਹ ਸਾਹਿਬ ਵਿੱਚ ਸਤਿਗੁਰੂ ਜੀ ਆਪ ਨਿਵਾਸ ਕਰਦੇ ਸਨ ਤੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਸਨ। ਜਿੱਥੇ ਸਤਿਗੁਰਾਂ ਨੇ ਰਮਣੀਕ ਨਗਰੀ ਦੀ ਉਸਾਰੀ ਕਰਵਾਈ, ਉੱਥੇ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਸਾਹਮਣੇ ਦੱਖਣ ਦਿਸ਼ਾ ਵੱਲ ਇੱਕ ਬੜਾ ਹੀ ਸੁੰਦਰ ਤੇ ਅਦਭੁਤ ਫੁੱਲਾਂ ਤੇ ਫਲਾਂ ਦਾ ਬਾਗ ਵੀ ਲਗਵਾਇਆ, ਜਿਹੜਾ ਬਾਗ 3 ਮੀਲ ਦੇ ਮੁਰੱਬੇ ਵਿੱਚ ਸੀ। ਜਿਸ ਬਾਗ ਦੀ ਰੱਖਿਆ ਵਾਸਤੇ ਸਤਿਗੁਰਾਂ ਨੇ ਭਾਈ ਕੇਸਰਾ ਸਿੰਘ ਜੀ ਦੀ ਡਿਊਟੀ ਲਾਈ ਤੇ ਭਾਈ ਕੇਸਰਾ ਸਿੰਘ ਜੀ ਇਸ ਬਾਗ ਦੀ ਦੇਖਭਾਲ ਕਰਦੇ ਸਨ ਤੇ ਰੋਜ਼ ਹੀ ਫੁੱਲ ਤੋੜ ਕੇ ਉਹਨਾਂ ਦੀ ਮਾਲਾ ਪਰੋ ਕੇ ਮਾਤਾ ਜੀਤੋ ਜੀ ਦੇ ਕੋਲ ਲੈ ਕੇ ਜਾਂਦੇ ਸਨ। ਜੋ ਮਾਲਾ ਮਾਤਾ ਜੀਤੋ ਜੀ ਰੋਜ਼ ਹੀ ਅੰਮ੍ਰਿਤ ਵੇਲੇ ਸਵਾਮੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਜਾਂਦੇ ਤਾਂ ਉਹਨਾਂ ਦੇ ਗਲ ਵਿੱਚ ਪਾਇਆ ਕਰਦੇ ਸਨ। ਇਹ ਮਾਤਾ ਜੀ ਦਾ ਰੋਜ਼ ਦਾ ਨੇਮ ਸੀ, ਜਿਸ ਕਰਕੇ ਮਾਤਾ ਜੀ ਨੇ ਭਾਈ ਕੇਸਰਾ ਸਿੰਘ ਜੀ ਦੀ ਡਿਊਟੀ ਫੁੱਲਾਂ ਦੀ ਮਾਲਾ ਪਰੋ ਕੇ ਹਾਜ਼ਰ ਕਰਨ ਦੀ ਲਾਈ ਹੋਈ ਸੀ। ਇਹ ਫੁੱਲਾਂ ਤੇ ਫਲਾਂ ਦਾ ਬਾਗ ਬੜਾ ਹੀ ਰਮਣੀਕ, ਸੁੰਦਰ ਤੇ ਖੁਸ਼ੀ, ਖੇੜੇ, ਆਨੰਦ ਨੂੰ ਦੇਣ ਵਾਲਾ ਬਹੁਤ ਹੀ ਸੁੰਦਰ ਤੇ ਅਦਭੁਤ ਬਾਗ ਸੀ। ਸ਼੍ਰੀ ਅਨੰਦਪੁਰ ਸਾਹਿਬ ਵਿੱਚ ਜਦ ਭਾਰੀ ਜੰਗਾਂ ਦਾ ਦੌਰ ਸ਼ੁਰੂ ਹੋਇਆ ਤਾਂ ਕਲਗੀਧਰ ਪਾਤਸ਼ਾਹ ਦੇ ਮੁਗਲਾਂ ਤੇ ਪਹਾੜੀ ਰਾਜਿਆਂ ਦੇ ਨਾਲ ਕਈ ਜੰਗ ਯੁੱਧ ਹੋਏ। ਸੋ ਇਹਨਾਂ ਜੰਗਾਂ ਵਿੱਚ ਜਿਹੜੇ ਸਿੰਘ ਸ਼ਹੀਦ ਹੁੰਦੇ ਸਨ, ਉਹਨਾਂ ਦੀਆਂ ਪਾਵਨ ਦੇਹਾਂ ਦਾ ਅੰਤਿਮ ਸੰਸਕਾਰ ਸਤਿਗੁਰੂ ਜੀ ਇਸੇ ਬਾਗ ਦੇ ਵਿੱਚ ਇੱਕ ਅਸਥਾਨ ਹੈ, ਉੱਥੇ ਕਰਿਆ ਕਰਦੇ ਸਨ। ਜਿਸ ਕਰਕੇ ਉਹ ਸ਼ਹੀਦਾਂ ਦਾ ਅੰਗੀਠਾ ਸਾਹਿਬ ਕਰਕੇ ਪ੍ਰਸਿੱਧ ਹੋ ਗਿਆ ਤੇ ਇਸੇ ਲਈ ਇਸ ਬਾਗ ਦਾ ਨਾਮ ਹੀ ਸ਼ਹੀਦੀ ਬਾਗ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ। ਸੋ ਇੱਥੇ ਸ਼ਹੀਦ ਸਿੰਘਾਂ ਦਾ ਅੰਗੀਠਾ ਸਾਹਿਬ ਸੀ ਤੇ ਉਸੇ ਸਥਾਨ ਤੇ ਹੀ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਸ ਸਥਾਨ ਦੇ ਨਾਲ ਇੱਕ ਸਾਖੀ ਵੀ ਜੁੜਦੀ ਹੈ ਕਿ ਰਾਏਪੁਰ ਦੇ ਰਹਿਣ ਵਾਲੇ ਇੱਕ ਭਾਈ ਸੋਹਿਨਾ ਜੀ ਸਨ, ਜਿਨ੍ਹਾਂ ਦੀ ਸੁਪਤਨੀ ਮੋਹਿਨਾ ਸੀ, ਜੋ ਕਿ ਬਹੁਤ ਅਮੀਰ ਸਨ, ਪਰ ਉਹਨਾਂ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ। ਇਸ ਦੁੱਖ ਦੇ ਕਾਰਨ ਇਹਨਾਂ ਦਾ ਮਨ ਸੰਸਾਰ ਵੱਲੋਂ ਉਪਰਾਮ ਰਹਿੰਦਾ ਸੀ ਤੇ ਉਪਰਾਮ ਹੋ ਕੇ ਠਾਕੁਰ ਪੂਜਾ ਵਿੱਚ ਲੱਗੇ ਰਹਿੰਦੇ ਸੀ। ਮੰਦਰ ਵਿੱਚ ਠਾਕੁਰ ਮੂਰਤੀਆਂ ਦਾ ਇਸ਼ਨਾਨ ਕਰਾ ਕੇ ਦੋਨੋਂ ਮਿਲ ਕੇ ਕੀਰਤਨ ਕਰਦੇ ਸਨ। ਇੱਕ ਦਿਨ ਅੰਮ੍ਰਿਤ ਵੇਲੇ ਸੋਹਿਨਾ ਤੇ ਮੋਹਿਨਾ ਠਾਕੁਰ ਪੂਜਾ ਦੇ ਇਸ਼ਨਾਨ ਹੇਤ ਜਲ ਲੈਣ ਵਾਸਤੇ ਆਏ। ਜਲ ਭਰ ਕੇ ਜਦੋਂ ਤੁਰਨ ਲੱਗੇ ਤਾਂ ਕਲਗੀਆਂ ਵਾਲੇ ਪਾਤਸ਼ਾਹ ਦਾ ਇੱਕ ਸਿੱਖ, ਜੋ ਜੰਗ ਵਿੱਚ ਫੱਟੜ ਹੋ ਚੁੱਕਾ ਸੀ, ਇਹਨਾਂ ਦੇ ਕੋਲ ਆ ਕੇ ਡਿੱਗਾ ਤੇ ਕਹਿਣ ਲੱਗਾ, ਭਾਈ ਮੈਨੂੰ ਜਲ ਛਕਾ ਦਿਓ, ਮੈਨੂੰ ਬੜੀ ਪਿਆਸ ਲੱਗੀ ਹੋਈ ਹੈ। ਇਹ ਦੋਵੇਂ ਕਹਿਣ ਲੱਗੇ ਕਿ ਅਸੀਂ ਇਹ ਸੁੱਚਾ ਜਲ ਠਾਕੁਰ ਮੂਰਤੀਆਂ ਦੇ ਇਸ਼ਨਾਨ ਲਈ ਭਰਿਆ ਹੈ, ਇਸ ਲਈ ਇਹ ਤੁਹਾਨੂੰ ਪਿਲਾ ਨਹੀਂ ਸਕਦੇ, ਤੁਹਾਨੂੰ ਦੁਬਾਰਾ ਆ ਕੇ ਪਿਆ ਦਿਆਂਗੇ। ਸਿੱਖ ਕਹਿਣ ਲੱਗਾ, ਜਿਸ ਠਾਕੁਰ ਦੀ ਪੂਜਾ ਤੁਸੀਂ ਕਰਨ ਜਾ ਰਹੇ ਹੋ, ਉਹ ਠਾਕੁਰ ਤੁਹਾਨੂੰ ਦਰਸ਼ਨ ਨਹੀਂ ਦੇਵੇਗਾ। ਸੋ ਉਸ ਸਿੱਖ ਦੀ ਗੱਲ ਸੁਣ ਕੇ ਇਹਨਾਂ ਦੰਪਤੀਆਂ ਨੇ ਜਾ ਕੇ ਮੂਰਤੀਆਂ ਦਾ ਇਸ਼ਨਾਨ ਕਰਵਾਇਆ ਤੇ ਕੀਰਤਨ ਕਰਨ ਲੱਗ ਪਏ। ਪਰ ਉਸ ਦਿਨ ਇਹਨਾਂ ਦਾ ਮਨ ਕੀਰਤਨ ਵਿੱਚ ਨਾ ਲੱਗਾ, ਕਿਉਂਕਿ ਉਸ ਜ਼ਖਮੀ ਸਿੱਖ ਦੇ ਬੋਲ ਇਹਨਾਂ ਦੇ ਕੰਨਾਂ ਵਿੱਚ ਗੂੰਜ ਰਹੇ ਸਨ, ਠਾਕੁਰ ਦਰਸ਼ਨ ਨਹੀਂ ਦੇਵੇਗਾ। ਇਸ ਤਰ੍ਹਾਂ ਕੀਰਤਨ ਕਰਦਿਆਂ ਉਹਨਾਂ ਦੇ ਮਨ ਬੇਚੈਨ ਹੋ ਗਏ। ਇਸ ਲਈ ਉਹ ਵਾਪਸ
ਉਸ ਸਿੱਖ ਨੂੰ ਪਾਣੀ ਪਿਆਉਣ ਵਾਸਤੇ ਆ ਗਏ। ਪਰ ਕੀ ਦੇਖਦੇ ਹਨ ਕਿ ਉਹ ਸਿੱਖ ਜਿਹੜਾ ਪਾਣੀ ਮੰਗ ਰਿਹਾ ਸੀ, ਉਹ ਹੁਣ ਆਪਣੇ ਪ੍ਰਾਣ ਤਿਆਗ ਚੁੱਕਾ ਸੀ। ਉਸ ਵੇਲੇ ਇਹਨਾਂ ਨੇ ਆਪਣੇ ਮਨ ਵਿੱਚ ਇਸ ਗੱਲ ਦਾ ਬੜਾ ਪਛਤਾਤਾਪ ਕੀਤਾ ਕਿ ਸਾਡੇ ਪਾਣੀ ਨਾ ਪਿਲਾਉਣ ਕਾਰਨ ਇਸ ਸਿੱਖ ਦੀ ਮੌਤ ਹੋਈ ਹੈ। ਸੋ ਇਸ ਲਈ ਇਹ ਦੋਵੇਂ ਆਪਣੀ ਭੁੱਲ ਬਖਸ਼ਾਉਣ ਲਈ ਰਾਏਪੁਰ ਤੋਂ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਆ ਗਏ। ਇੱਥੇ ਸ਼ਹੀਦੀ ਬਾਗ ਵਿੱਚ ਇਹਨਾਂ ਦੀ ਮੁਲਾਕਾਤ ਕੇਸਰਾ ਸਿੰਘ ਦੇ ਨਾਲ ਹੋਈ। ਜਦੋਂ ਭਾਈ ਕੇਸਰਾ ਸਿੰਘ ਜੀ ਨੂੰ ਇਹਨਾਂ ਨੇ ਆਪਣੀ ਸਾਰੀ ਵਿਥਿਆ ਦੱਸੀ ਤਾਂ ਭਾਈ ਕੇਸਰਾ ਸਿੰਘ ਜੀ ਨੇ ਇਹਨਾਂ ਨੂੰ ਕਿਹਾ, ਗੁਰੂ ਘਰ ਦੀ ਸੇਵਾ ਵਿੱਚ ਲੱਗੇ ਰਹੋ, ਸਤਿਗੁਰੂ ਜੀ ਕਿਰਪਾ ਕਰਨਗੇ ਤੇ ਤੁਹਾਡੀ ਭੁੱਲ ਬਖਸ਼ਾਉਣਗੇ। ਸੋ ਇਸ ਤਰ੍ਹਾਂ ਭਾਈ ਕੇਸਰਾ ਸਿੰਘ ਜੀ ਦੇ ਬਚਨ ਸੁਣ ਕੇ ਇਹ ਦੋਵੇਂ ਦੰਪਤੀ ਫੁੱਲਾਂ ਤੇ ਫਲਾਂ ਦੇ ਬਾਗ ਵਿੱਚ ਦੇਖਭਾਲ ਦੀ ਸੇਵਾ ਵਿੱਚ ਲੱਗ ਗਏ। ਇੱਕ ਦਿਨ ਭਾਈ ਕੇਸਰਾ ਸਿੰਘ ਜੀ ਰੋਜ਼ ਦੀ ਤਰ੍ਹਾਂ ਗੁਰੂ ਸਾਹਿਬ ਲਈ ਜਦੋਂ ਫੁੱਲਾਂ ਦੀ ਮਾਲਾ ਪਰਾਉਣ ਲੱਗੇ ਤਾਂ ਦੰਪਤੀ ਨੇ ਬੇਨਤੀ ਕੀਤੀ ਕਿ ਕੀ ਅਸੀਂ ਫੁੱਲਾਂ ਦੀ ਮਾਲਾ ਪਰੋ ਸਕਦੇ ਹਾਂ। ਤਾਂ ਭਾਈ ਕੇਸਰਾ ਸਿੰਘ ਜੀ ਨੇ ਇਹਨਾਂ ਨੂੰ ਇਹ ਸੇਵਾ ਨਿਭਾਉਣ ਲਈ ਕਿਹਾ ਤਾਂ ਬੜੇ ਪ੍ਰੇਮ ਨਾਲ ਇਹਨਾਂ ਨੇ ਇਹ ਮਾਲਾ ਪਰੋਈ ਤੇ ਭਾਈ ਕੇਸਰਾ ਸਿੰਘ ਜੀ ਇਹ ਮਾਲਾ ਮਾਤਾ ਜੀਤੋ ਜੀ ਦੇ ਕੋਲ ਲੈ ਗਏ। ਜਿਸ ਵੇਲੇ ਮਾਤਾ ਜੀ ਨੇ ਇਹ ਮਾਲਾ ਗੁਰੂ ਸਾਹਿਬ ਜੀ ਨੂੰ ਪਹਿਨਾਈ ਤਾਂ ਸਤਿਗੁਰੂ ਜੀ ਮਾਲਾ ਵਿੱਚੋਂ ਆ ਰਹੀ ਪ੍ਰੇਮ ਦੀ ਸੁਗੰਧੀ ਨੂੰ ਚੱਖ ਕੇ ਕਹਿਣ ਲੱਗੇ, ਕੇਸਰਾ ਸਿੰਘ ਜੀ ਅਸੀਂ ਬੜੇ ਖੁਸ਼ ਹਾਂ, ਮੰਗੋ ਕੀ ਮੰਗਦੇ ਹੋ। ਗੁਰੂ ਜੀ ਦੇ ਬਚਨ ਸੁਣ ਕੇ ਭਾਈ ਕੇਸਰਾ ਸਿੰਘ ਜੀ ਕਹਿਣ ਲੱਗੇ, ਸਤਿਗੁਰੂ ਜੀ ਇਹ ਸਿੱਖ ਬੇਈਮਾਨ ਨਹੀਂ ਹੈ, ਕਿਉਂਕਿ ਜਿਹੜੀ ਮਾਲਾ ਆਪ ਜੀ ਨੇ ਪਾਈ ਹੋਈ ਹੈ ਤੇ ਇਸ ਦੀ ਸੇਵਾ ਜਿਸ ਨੇ ਨਿਭਾਈ ਹੈ ਉਹ ਮੈਂ ਨਹੀਂ, ਉਹ ਕੋਈ ਹੋਰ ਹੈ, ਉਹਨਾਂ ਨੂੰ ਬਖਸ਼ੋ। ਸਤਿਗੁਰਾਂ ਨੇ ਭਾਈ ਕੇਸਰਾ ਸਿੰਘ ਜੀ ਨੂੰ ਪੁੱਛਿਆ, ਉਹ ਕੌਣ ਹਨ? ਤਾਂ ਭਾਈ ਕੇਸਰਾ ਸਿੰਘ ਜੀ ਨੇ ਸੋਹਿਨਾ ਤੇ ਮੋਹਿਨਾ ਦੀ ਸਾਰੀ ਵਿਥਿਆ ਸਤਿਗੁਰਾਂ ਨੂੰ ਸੁਣਾਈ। ਸੁਣ ਕੇ ਸਤਿਗੁਰਾਂ ਨੇ ਕੁਝ ਸਮਾਂ ਚੁੱਪ ਰਹਿਣ ਪਿੱਛੋਂ ਬਚਨ ਉਚਾਰਨ ਕੀਤੇ ਕਿ ਭਾਈ ਕੇਸਰਾ ਸਿੰਘ ਜੀ ਉਹਨਾਂ ਨੂੰ ਸਾਡਾ ਸੁਨੇਹਾ ਦੇ ਦਿਓ ਕਿ ਤੁਸੀਂ ਸੇਵਾ ਤਾਂ ਜ਼ਰੂਰ ਕਰਦੇ ਰਹੋ ਪਰ ਸਾਡੇ ਮੱਥੇ ਨਾ ਲੱਗਿਓ। ਭਾਈ ਕੇਸਰਾ ਸਿੰਘ ਜੀ ਸਤਿਗੁਰਾਂ ਨੂੰ ਨਮਸਕਾਰ ਕਰਕੇ ਵਾਪਸ ਆ ਗਏ। ਸੋਹਿਨਾ ਤੇ ਮੋਹਿਨਾ ਨੂੰ ਜਦੋਂ ਸਤਿਗੁਰਾਂ ਦੇ ਜਾ ਕੇ ਬਚਨ ਦੱਸੇ ਤਾਂ ਦੋਵੇਂ ਬਹੁਤ ਦੁਖੀ ਹੋਏ, ਪਰ ਫਿਰ ਵੀ ਭਰੋਸਾ ਰੱਖ ਕੇ ਸੇਵਾ ਵਿੱਚ ਲੱਗੇ ਰਹੇ। ਇਸ ਤਰ੍ਹਾਂ ਪੌਹ ਸੁਦੀ ਸਪਤਮੀ ਵਾਲਾ ਦਿਨ ਆ ਗਿਆ ਤੇ ਭਾਈ ਕੇਸਰਾ ਸਿੰਘ ਜੀ ਨੇ ਸਤਿਗੁਰਾਂ ਨੂੰ ਫੁੱਲ ਭੇਟਾ ਕਰਨ ਵਾਸਤੇ ਤੇ ਗੁਰੂ ਘਰ ਦੇ ਸ਼ਿੰਗਾਰ ਵਾਸਤੇ ਬਹੁਤ ਸੁੰਦਰ ਫੁੱਲਾਂ ਦੀ ਬਗੀਚੀ ਤਿਆਰ ਕੀਤੀ ਹੋਈ ਸੀ। ਪੌਹ ਸੁਦੀ 6ਵੀਂ ਵਾਲੇ ਦਿਨ ਭਾਈ ਕੇਸਰਾ ਸਿੰਘ ਜੀ ਭਾਈ ਸੋਹਿਨਾ ਸਿੰਘ ਜੀ ਨੂੰ ਨਾਲ ਲੈ ਕੇ ਕਿਸੇ ਜ਼ਰੂਰੀ ਕੰਮ ਵਾਸਤੇ ਬਾਹਰ ਗਏ ਹੋਏ ਸਨ ਤਾਂ ਮਗਰੋਂ ਭਾਈ ਮੋਹਿਨਾ ਜੀ ਬਾਗ ਦੀ ਸਾਰੀ ਸੰਭਾਲ ਕਰ ਰਹੇ ਸਨ ਤਾਂ ਪਿੱਛੋਂ ਬਾਗ ਵਿੱਚ ਇੱਕ ਜਲਾਲੀ ਰੋਡੇ ਪੀਰ ਆਇਆ। ਉਸਨੇ ਆ ਕੇ ਭਿੱਖਿਆ ਮੰਗੀ ਤਾਂ ਮੋਹਨਾ ਜੀ ਆਪਣੀ ਕੁਟੀਆ ਵਿੱਚੋਂ ਆਟਾ ਲੈ ਕੇ ਆਈ। ਜਦੋਂ ਆਟਾ ਲੈ ਕੇ ਆਈ ਤਾਂ ਅੱਗਿਓਂ ਜਲਾਲੀ ਰੋਡੇ ਪੀਰ ਕਹਿਣ ਲੱਗਾ, ਮੈਂ ਇਹ ਭੇਟਾ ਨਹੀਂ ਲੈਣੀ, ਮੈਂ ਫੁੱਲ ਲੈਣੇ ਹਨ। ਤਾਂ ਮੋਹਿਨਾ ਕਹਿਣ ਲੱਗੀ ਕਿ ਮੇਰੇ ਕੋਲ ਇਹਨਾਂ ਫੁੱਲਾਂ ਨੂੰ ਦੇਣ ਦਾ ਅਧਿਕਾਰ ਨਹੀਂ ਹੈ, ਇਹ ਅਧਿਕਾਰ ਭਾਈ ਕੇਸਰਾ ਸਿੰਘ ਜੀ ਕੋਲ ਹੈ ਜਿਹੜੇ ਸੋਹਿਨਾ ਦੇ ਨਾਲ ਕਿਤੇ ਬਾਹਰ ਗਏ ਹੋਏ ਹਨ। ਇਹ ਸੁਣ ਕੇ ਉਹ ਪੀਰ ਬੜਾ ਗੁੱਸੇ ਹੋ ਗਿਆ ਤੇ ਜਲਾਲੀ ਪੀਰ ਕਹਿਣ ਲੱਗਾ, ਮੈਂ ਤੈਨੂੰ ਸ਼ਰਾਬ ਦੇ ਦਿਆਂਗਾ। ਸੁਣ ਕੇ ਮੋਹਿਨਾ ਸੋਚਦੀ ਹੈ ਕਿ ਪਹਿਲਾਂ ਹੀ ਸਿੱਖ ਦਾ ਸ਼ਰਾਬ ਬਖਸ਼ਿਆ ਨਹੀਂ ਗਿਆ ਤੇ ਦੂਜਾ ਇਸ ਪੀਰ ਦਾ ਸ਼ਰਾਬ ਫਿਰ ਮਿਲਣ ਨੂੰ ਤਿਆਰ ਹੈ। ਇਉਂ ਸੋਚਦੀ ਹੋਈ ਉਹ ਪੀਰ ਨੂੰ ਮਨਾ ਨਾ ਕਰ ਸਕੀ ਤੇ ਉਹ ਪੀਰ ਸਾਰੇ ਫੁੱਲ ਤੋੜ ਕੇ ਲੈ ਗਿਆ। ਸ਼ਾਮ ਨੂੰ ਭਾਈ ਕੇਸਰਾ ਸਿੰਘ ਜੀ ਤੇ ਸੋਹਿਨਾ ਜੀ ਜਦੋਂ ਵਾਪਸ ਆਏ ਤਾਂ ਭਾਈ ਕੇਸਰਾ ਸਿੰਘ ਜੀ ਆਪਣੇ ਕਾਰ ਵਿਹਾਰ ਵਿੱਚ ਲੱਗ ਗਏ ਤੇ ਸੋਹਿਨਾ ਜੀ ਆਪਣੀ ਪਤਨੀ ਕੋਲ ਚਲੇ ਗਏ। ਜਦੋਂ ਜਾ ਕੇ ਦੇਖਿਆ ਤਾਂ ਉਸ ਦੀ ਪਤਨੀ ਬੇਹੋਸ਼ ਹੋਈ ਪਈ ਸੀ। ਫਿਰ ਸੋਹਿਨਾ ਜੀ ਨੇ ਪਾਣੀ ਦੇ ਛਿੱਟੇ ਮਾਰੇ ਤੇ ਪੁੱਛਿਆ ਕਿ ਕੀ ਹੋਇਆ। ਤਾਂ ਉਸ ਦੀ ਪਤਨੀ ਮੋਹਿਨਾ ਨੇ ਜਲਾਲੀ ਪੀਰ ਵਾਲੀ ਸਾਰੀ ਗੱਲ ਦੱਸੀ। ਫਿਰ ਉੱਠ ਕੇ ਦੋਵਾਂ ਨੇ ਜਦ ਫੁੱਲਾਂ ਵੱਲ ਵੇਖਿਆ ਤਾਂ ਉੱਥੇ ਇੱਕ ਵੀ ਫੁੱਲ ਨਹੀਂ ਸੀ। ਇਹ ਦੇਖ ਕੇ ਦੋਵੇਂ ਹੀ ਬੇਹੋਸ਼ ਹੋ ਗਏ। ਪੌਹ ਸੁਦੀ ਸਪਤਮੀ ਵਾਲੇ ਦਿਨ ਕਲਗੀਧਰ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ ਸੀ। ਦੂਰੋਂ ਦੂਰੋਂ ਸਤਿਗੁਰੂ ਜੀ ਦੇ ਅਵਤਾਰ ਪੁਰਬ ਨੂੰ ਮਨਾਉਣ ਲਈ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਭੇਟਾਵਾਂ ਲੈ ਕੇ ਪਹੁੰਚੀਆਂ ਹੋਈਆਂ ਸਨ। ਸਤਿਗੁਰੂ ਜੀ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਸਨ ਤੇ ਉੱਥੇ ਹੀ ਜਲਾਲੀ ਰੋਡੇ ਪੀਰ
ਸਤਿਗੁਰਾਂ ਦੇ ਕੋਲ ਉਹੀ ਫੁੱਲ ਲੈ ਕੇ ਪਹੁੰਚ ਗਿਆ। ਜਦੋਂ ਉਸਨੇ ਸਤਿਗੁਰਾਂ ਅੱਗੇ ਫੁੱਲ ਭੇਟਾ ਕੀਤੇ ਤਾਂ ਸਤਿਗੁਰਾਂ ਨੇ ਪੁੱਛਿਆ, ਤੂੰ ਕੌਣ ਹੈ? ਕਹਿਣ ਲੱਗਾ, ਜੀ ਮੈਂ ਜਲਾਲੀ ਰੋਡੇ ਪੀਰ ਹਾਂ। ਸਤਿਗੁਰੂ ਜੀ ਕਹਿਣ ਲੱਗੇ, ਜਲਾਲੀ ਕੇ ਪਲਾਲੀ? ਕਹਿਣ ਲੱਗਾ, ਜੀ ਜਲਾਲੀ। ਸਤਿਗੁਰੂ ਜੀ ਕਹਿਣ ਲੱਗੇ, ਜੇ ਜਲਾਲੀ ਹੈ ਤਾਂ ਪਲਾਲ ਕਿਉਂ ਕੀਤਾ ਹੈ? ਇਹ ਲਹਿਰਾਉਂਦੇ ਹੋਏ ਫੁੱਲ ਕਿਉਂ ਤੋੜੇ ਹਨ? ਤਾਂ ਪੀਰ ਕਹਿਣ ਲੱਗਾ, ਸਤਿਗੁਰੂ ਜੀ, ਸਤਿਪੁਰਖਾਂ ਦੇ ਅੱਗੇ ਖਾਲੀ ਹੱਥ ਜਾਣਾ ਚੰਗਾ ਨਹੀਂ ਲੱਗਦਾ ਤੇ ਮੇਰੇ ਕੋਲ ਹੋਰ ਕੁਝ ਨਹੀਂ ਸੀ, ਤਾਂ ਮੈਂ ਇਹ ਫੁੱਲ ਤੋੜ ਕੇ ਲਿਆਇਆ ਹਾਂ ਤਾਂ ਕਿ ਆਪ ਦੇ ਸਨਮੁਖ ਭੇਟ ਕਰ ਸਕਾਂ। ਸਤਿਗੁਰਾਂ ਦੇ ਇਸ਼ਾਰੇ ਨਾਲ ਭਾਈ ਮਨੀ ਸਿੰਘ ਜੀ ਨੇ ਉਸ ਪੀਰ ਦੀ ਟੋਪੀ 'ਤੇ ਹੱਥ ਮਾਰ ਕੇ ਸਿਰ ਤੋਂ ਲਾਹ ਦਿੱਤੀ। ਜਦੋਂ ਸਿਰ ਤੋਂ ਟੋਪੀ ਲਹੀ ਤਾਂ 5 ਮੋਹਰਾਂ ਨਿਕਲੀਆਂ, ਜਿਨ੍ਹਾਂ ਨੂੰ ਦੇਖ ਕੇ ਪੀਰ ਦੇ ਛੱਲ ਉੱਤੇ ਸੰਗਤਾਂ ਹੱਸ ਪਈਆਂ ਤੇ ਪੀਰ ਸ਼ਰਮਿੰਦਾ ਹੋ ਗਿਆ। ਸਤਿਗੁਰੂ ਜੀ ਕਹਿਣ ਲੱਗੇ, ਭਾਵੇਂ ਤੇਰੇ ਕੋਲ ਮੋਹਰਾਂ ਸਨ, ਜੇ ਕੁਝ ਨਾ ਵੀ ਹੁੰਦਾ ਤਾਂ ਤੂੰ ਖਾਲੀ ਹੱਥ ਆ ਜਾਂਦਾ। ਇੰਨੇ ਫੁੱਲ ਤੂੰ ਕਿੱਥੋਂ ਲਿਆਇਆ ਹੈ? ਸਾਨੂੰ ਇੰਜ ਜਾਪਦਾ ਹੈ ਕਿ ਪਟਾਰੀ ਵਿੱਚ ਪਏ ਫੁੱਲ ਰੋ ਰਹੇ ਹਨ। ਇਹ ਕਹਿੰਦੇ ਹੋਏ ਫੁੱਲਾਂ ਵੱਲ ਭੇਜਿਆ ਤਾਂ ਸਤਿਗੁਰਾਂ ਦੇ ਨੇਤਰ ਭਰ ਆਏ। ਸਤਿਗੁਰੂ ਜੀ ਕਹਿਣ ਲੱਗੇ, ਰੋਡਿਆ, ਤੂੰ ਬਾਗ ਵਿੱਚੋਂ ਫੁੱਲ ਨਹੀਂ ਤੋੜੇ, ਤੂੰ ਗੁਰੂ ਨਾਨਕ ਦੇਵ ਜੀ ਦੇ ਸਿੱਖੀ ਰੂਪ ਬਾਗ ਵਿੱਚੋਂ 2 ਜਿਉਂਦੀਆਂ ਰੂਹਾਂ ਤੋੜ ਸੁੱਟੀਆਂ ਹਨ। ਇਹ ਕਹਿ ਕੇ ਗੁਰੂ ਜੀ ਭਰੇ ਦੀਵਾਨ ਵਿੱਚੋਂ ਛੇਤੀ ਨਾਲ ਉੱਠੇ ਤੇ ਨੰਗੇ ਚਰਨੀ ਬਾਗ ਵੱਲ ਤੁਰ ਪਏ। ਗੁਰਾਂ ਦੇ ਮਗਰ ਭਾਈ ਦਇਆ ਸਿੰਘ ਜੀ ਤੇ ਸੰਗਤਾਂ ਤੁਰ ਪਈਆਂ। ਸੋ ਗੁਰੂ ਜੀ ਜਿਸ ਵੇਲੇ ਬਾਗ ਵਿੱਚ ਆਏ ਤਾਂ ਦੋਵੇਂ ਸੋਹਿਣਾ ਤੇ ਮੋਹਿਣਾ ਆਪਣੇ ਪ੍ਰਾਣ ਤਿਆਗ ਚੁੱਕੇ ਸਨ। ਸਤਿਗੁਰੂ ਜੀ ਨੇ ਦੋਵਾਂ ਦੇ ਸਿਰ ਆਪਣੀ ਗੋਦ ਵਿੱਚ ਰੱਖੇ ਤੇ ਭਾਈ ਦਇਆ ਸਿੰਘ ਜੀ ਨੂੰ ਜਲ ਲਿਆਉਣ ਲਈ ਕਿਹਾ। ਭਾਈ ਦਇਆ ਸਿੰਘ ਜੀ ਜਦੋਂ ਬਾਗ ਵਿਚਲੀ ਬੌਲੀ ਵਿੱਚੋਂ ਜਲ ਲੈ ਕੇ ਆਏ ਤਾਂ ਸਤਿਗੁਰਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਦੋਂ ਦੋਵਾਂ ਦੇ ਮੁਖ 'ਤੇ ਜਲ ਦੇ ਛਿੱਟੇ ਮਾਰੇ ਤਾਂ ਮਿਰਤਕ ਕੋ ਪਾਇਓ ਤਨ ਸਾਸਾ, ਵਿਚਰਤਾਨ ਮਿਲਾਇਆ ਦੇ ਮਹਾਵਾਕਾਂ ਅਨੁਸਾਰ ਉਹ ਦੋਵੇਂ ਮੁੜ ਜੀਵਤ ਹੋ ਗਏ। ਜਦੋਂ ਉਹਨਾਂ ਦੇ ਨੇਤਰ ਖੁੱਲ੍ਹੇ ਤਾਂ ਸਤਿਗੁਰਾਂ ਦੇ ਦਰਸ਼ਨ ਹੋਏ ਤਾਂ ਉਹਨਾਂ ਦੇ ਮਨ ਵਿੱਚ ਵਿਚਾਰ ਆਈ ਕਿ ਸਾਨੂੰ ਸੁਪਨੇ ਵਿੱਚ ਸਤਿਗੁਰਾਂ ਦੇ ਦਰਸ਼ਨ ਹੋ ਰਹੇ ਹਨ, ਕਿਉਂਕਿ ਪ੍ਰਤੱਖ ਦਰਸ਼ਨਾਂ ਦੀ ਸਾਨੂੰ ਆਗਿਆ ਨਹੀਂ ਹੈ। ਅੰਤਰਜਾਮੀ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਸੁਪਨਾ ਨਹੀਂ, ਪ੍ਰਤੱਖ ਹੈ। ਸਾਨੂੰ ਸਿੱਖ ਨੇ ਦਰਗਾਹੋਂ ਸੁਨੇਹਾ ਘੱਲਿਆ ਹੈ ਕਿ ਮੈਂ ਬਖਸ਼ ਦਿੱਤਾ ਹੈ, ਤੁਸੀਂ ਵੀ ਕਿਰਪਾ ਕਰਕੇ ਬਖਸ਼ੋ ਤੇ ਦਰਸ਼ਨ ਦਿਓ। ਸਿੱਖ ਦੇ ਸੁਨੇਹੇ ਦੁਆਰਾ ਅਸੀਂ ਇੱਥੇ ਪਹੁੰਚੇ ਹਾਂ, ਸੋ ਉਠੋ ਤੇ ਦਰਸ਼ਨ ਕਰੋ। ਸਤਿਗੁਰਾਂ ਦੇ ਬਚਨ ਸੁਣ ਕੇ ਸੋਹਿਣਾ ਤੇ ਮੋਹਿਣਾ ਦੋਨੋਂ ਉੱਠੇ ਤੇ ਉੱਠ ਕੇ ਬੜੀ ਪ੍ਰਸੰਨਤਾ ਨਾਲ ਸਤਿਗੁਰਾਂ ਦੇ ਦਰਸ਼ਨ ਕੀਤੇ। ਦਰਸ਼ਨ ਕਰਕੇ ਪ੍ਰਸੰਨਤਾ ਦੀ ਹੱਦ ਨਾ ਰਹੀ ਤੇ ਨੇਤਰਾਂ ਵਿੱਚੋਂ ਪ੍ਰੇਮ ਦਾ ਜਲ ਵਹਿ ਤੁਰਿਆ। ਗੁਰਾਂ ਦੇ ਚਰਨਾਂ 'ਤੇ ਸੀਸ ਰੱਖਿਆ ਤੇ ਦਰਸ਼ਨ ਕਰਕੇ ਨਿਹਾਲ ਹੋ ਗਏ। ਗੁਰੂ ਜੀ ਨੇ ਦੋਵਾਂ ਨੂੰ ਆਪਣੇ ਗਲ ਨਾਲ ਲਾਇਆ ਤੇ ਕਿਹਾ, ਕੀਰਤਨ ਸੁਣਾਓ। ਦੋਵੇਂ ਰਬਾਬ ਤੇ ਸਰੰਦਾ ਲੈ ਕੇ ਗੁਰੂ ਜੀ ਨੂੰ ਕੀਰਤਨ ਸੁਣਾਉਣ ਲੱਗੇ। ਸਾਰੀ ਸੰਗਤ ਬੈਠ ਕੇ ਸੁਣਨ ਲੱਗ ਪਈ। ਇਸ ਤਰ੍ਹਾਂ ਸਤਿਗੁਰਾਂ ਨੇ ਦੋਵਾਂ ਜੀਆਂ ਦਾ ਕਲਿਆਣ ਕੀਤਾ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਇਸ ਥਾਂ 'ਤੇ ਇਹ ਸਾਰੀ ਸਾਖੀ ਵਾਪਰੀ ਜਿਹੜੀ ਦਾਸ ਨੇ ਆਪ ਜੀ ਨੂੰ ਸਰਵਣ ਕਰਵਾਈ ਹੈ। ਸੋ ਆਓ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਇਸ ਸਥਾਨ ਦੇ ਦਰਸ਼ਨ ਕਰੀਏ।